ਸਤਿ ਸ਼੍ਰੀ ਅਕਾਲ ਜੀ। ਪੰਜਾਬ ਟੂਡੇ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫੇਰ ਸਵਾਗਤ ਹੈ ਇਨਸਾਈਟਸ ਵਿਦ ਵਿਸ਼ਾਲ ਸੂਦ ਦੇ ਵਿੱਚ। ਸੋ ਪੰਜਾਬ ਦੇ ਵਿੱਚ ਆਪ ਦੇ ਪੁਰਾਣੇ ਅਹੁਦੇਦਾਰ ਤੇ ਪਰਚਾ ਦਰਜ। ਉਸ ਤੋਂ ਇਲਾਵਾ ਬੋਰਿਸ ਜੌਨਸਨ ਦੀ ਗੁਜਰਾਤ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ। ਇਸ ਤੇ ਚਰਚਾ ਕਰਾਂਗੇ। ਸਾਡੇ ਨਾਲ ਮੌਜੂਦ ਨੇ ਫਾਊਂਡਰ ਐਂਡ CEO ਆਫ ਪੰਜਾਬ ਟੂਡੇ ਚੈਨਲ ਵਿਸ਼ਾਲ ਸੂਦ ਸਰ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਗੁਰਲੀਨ ਸਰ, ਕੁਮਾਰ ਵਿਸ਼ਵਾਸ ਜਿਹੜੇ ਆਪ ਦੇ ਪੁਰਾਣੇ ਅਹੁਦੇਦਾਰ ਹੈ ਉਹਨਾਂ ਤੇ ਝੂਠੀਆਂ ਅਫਵਾਹਾਂ ਫੈਲਾਉਣ ਲਈ ਪਰਚਾ ਦਰਜ ਕੀਤਾ ਗਿਆ ਰੋਪੜ ਪੁਲਿਸ ਸਟੇਸ਼ਨ ਵੱਲੋਂ। ਤੇ ਉਸ ਤੋਂ ਪਹਿਲਾਂ ਹੀ ਕੁਝ ਕੁ ਦਿਨ ਪਹਿਲਾਂ ਉਹਨਾਂ ਨੇ ਟਵੀਟ ਕਰਕੇ ਸੀਐਮ ਭਗਵੰਤ ਮਾਨ ਨੂੰ ਹਦਾਇਤ ਦਿੱਤੀ ਸੀਗੀ ਕਿ ਨੈਸ਼ਨਲ ਕਨਵੀਨਰ ਆਫ ਆਪ ਵਿਲ ਬਿਟਰੇ ਯੂ ਐਂਡ ਵਿਲ ਬਿਟਰੇ ਪੰਜਾਬ ਆਲਸੋ। ਦੇਖੋ, ਜਿਹੜਾ ਆਪਣੇ ਕੁਮਾਰ ਵਿਸ਼ਵਾਸ ਜੀ ਤੇ ਅਲਕਾ ਲਾਂਬਾ ਉਹਨਾਂ ਦੇ ਖਿਲਾਫ ਕੰਪਲੇਨ ਲੈ ਕੇ ਪੰਜਾਬ ਪੁਲਿਸ ਗਈ ਹੈ ਦਿੱਲੀ। ਇਟ ਡਜ਼ਨਟ ਸ਼ੋ ਦੀ ਰਾਈਟ ਪ੍ਰਾਇੋਰਟੀਜ਼ ਸਾਡੀ ਪੰਜਾਬ ਪੁਲਿਸ ਦੀਆਂ। ਮੈਂ ਪੰਜਾਬ ਗੌਰਮੈਂਟ ਨੂੰ ਅਪੀਲ ਕਰੂੰਗਾ, ਠੀਕ ਹੈ, ਤੁਹਾਡੇ ਆਨਰੇਬਲ ਲੀਡਰ ਹੋਣਗੇ ਅਰਵਿੰਦ ਕੇਜਰੀਵਾਲ ਜੀ, ਪਰ ਹਜੇ ਪੰਜਾਬ ਦੀਆਂ ਦੂਜੀਆਂ ਪ੍ਰੋਬਲਮ ਖਤਮ ਨਹੀਂ ਹੋਈਆਂ। ਇੱਥੇ ਲਾਅ ਐਂਡ ਆਰਡਰ ਸਾਰਾ ਸੋਲਵ ਨਹੀਂ ਹੋ ਗਿਆ ਕਿ ਤੁਹਾਨੂੰ ਕੁਛ ਕਰਨ ਨੂੰ ਲੱਭਦਾ ਨਹੀਂ ਪਿਆ। ਤੁਸੀਂ ਸਪੈਸ਼ਲੀ ਦਿੱਲੀ ਜਾਓ ਕੁਮਾਰ ਵਿਸ਼ਵਾਸ ਨੂੰ ਫੜਨ। ਪੰਜਾਬ ਦਾ ਇਸ ਵੇਲੇ ਲਾਅ ਐਂਡ ਆਰਡਰ ਦਾ ਸਭ ਤੋਂ ਵੱਡਾ ਰਿਸਕ ਕੁਮਾਰ ਵਿਸ਼ਵਾਸ ਨਹੀਂ ਹੈ ਜੀ। ਯੂ ਕੈਨ ਟੇਕ ਪੰਜਾਬ ਟੂਡੇਜ਼ ਵਰਡ ਫॉर ਇਟ ਕਿ ਇਸ ਵੇਲੇ ਪੰਜਾਬ 'ਚ ਕੁਮਾਰ ਵਿਸ਼ਵਾਸ ਤੋਂ ਇਲਾਵਾ ਹੋਰ ਜ਼ਿਆਦਾ ਅਰਜੈਂਟ ਮੁੱਦੇ ਨੇ। ਅਤੇ ਜੇ ਪੰਜਾਬ ਪੁਲਿਸ ਉਹਨਾਂ ਮੁੱਦਿਆਂ 'ਤੇ ਫੋਕਸ ਕਰੇ, ਲਾਅ ਐਂਡ ਆਰਡਰ 'ਤੇ ਫੋਕਸ ਕਰੇ, ਜਿਹੜੀ ਡਰੱਗ ਡਿਸਟਰੀਬਿਊਸ਼ਨ ਹੈ ਉਹਨੂੰ ਰੋਕਣ 'ਤੇ ਫੋਕਸ ਕਰੇ, ਉਹ ਜ਼ਿਆਦਾ ਇੰਪੋਰਟੈਂਟ ਰਹੇਗਾ। ਜਿਹੜੀ ਖੁੱਲ੍ਹੇਆਮ ਗੋਲੀ ਚੱਲਦੀ ਪਈ ਉਹ ਜ਼ਿਆਦਾ ਪ੍ਰਾਇੋਰਟੀ ਹੋਣੀ ਚਾਹੀਦੀ ਹੈ। ਆਈ ਥਿੰਕ ਦੇਰ ਇਜ਼ ਨੋ ਐਕਸਕਿਊਜ਼ ਫॉर ਦਿਸ ਐਕਟ। ਇਟ ਸ਼ੋਜ਼ ਦੀ ਹਾਈਟ ਆਫ ਸਾਈਕੋਫੈਂਸੀ ਕਿ ਤੁਸੀਂ ਜੋ ਆਪਾਂ ਰਿਵਾਇਤੀ ਪਾਰਟੀਆਂ ਜਿਨ੍ਹਾਂ ਨੂੰ ਕਹਿੰਦੇ ਨੇ, ਅਤੇ ਮੈਨੂੰ ਇਹ ਵੀ ਟਿਪੀਕਲ ਰਿਵਾਇਤੀ ਪਾਰਟੀ ਕਿ ਬਈ ਸਾਡੀ ਜਿਹੜੀ ਹਾਈ ਕਮਾਨ ਹੈ ਉਹਨਾਂ ਖਿਲਾਫ ਤੁਸੀਂ ਕਿਵੇਂ ਬੋਲਤਾ। ਉਹਨਾਂ ਨੂੰ ਖੁਸ਼ ਕਰਨ ਲਈ, ਉਹਨਾਂ ਦੀ ਚਮਚਾਗਿਰੀ ਕਰਨ ਲਈ ਤੁਸੀਂ ਪੁਲਿਸ ਨੂੰ ਉੱਥੇ ਭੇਜਤਾ। ਆਈ ਥਿੰਕ ਦਿਸ ਇਜ਼ ਸਮਥਿੰਗ ਦੈਟ ਸ਼ੁੱਡ ਬੀ ਸਪੋਕਨ about very urgently, and both CM Bhagwant Mann ji and as well as Arvind Kejriwal, he should question this. ਇਹ ਸਾਡੇ ਮੁੱਦੇ ਨਹੀਂ ਨੇ। this is a very unfortunate, ਇਹ kind of ਇਹ ਦੱਸਦੀ ਹੈ ਕਿ ਵੀ ਸਰਕਾਰ ਚਾਹੁੰਦੀ ਕੀ ਹੈ। ਸਰਕਾਰ ਦੇ ਜਿਹੜੇ ਨੇਤਾ ਨੇ ਜਾਂ ਜਿਹੜੇ ਵੱਡੇ ਨੇਤਾ ਦੇ ਪਾਰਟੀ ਨੇ ਉਹ ਚਾਹੁੰਦੇ ਕੀ ਨੇ, ਉਹ ਕਿਸ ਚੀਜ਼ ਤੋਂ ਖੁਸ਼ ਹੁੰਦੇ ਪਏ ਨੇ। ਕਿ ਉਹਨਾਂ ਨੂੰ ਪਰਸਨਲ ਜੀ ਹਜ਼ੂਰੀ ਚਾਹੀਦੀ ਹੈ ਕਿ ਉਹਨਾਂ ਨੂੰ ਇਸ ਵੇਲੇ ਲਾਅ ਐਂਡ ਆਰਡਰ ਸਾਫ਼ ਕਰਨਾ, ਉਹਨਾਂ ਦੀਆਂ ਪ੍ਰਾਇੋਰਟੀਆਂ ਨਜ਼ਰ ਆਉਣੀਆਂ ਸ਼ੁਰੂ ਹੋ ਜਾਂਦੀਆਂ। ਇਹ ਜੋ ਐਕਟ ਹੋਇਆ ਵਾ ਇਹ ਕੋਈ ਬਹੁਤ ਵਧੀਆ ਐਗਜ਼ਾਮਪਲ ਨਹੀਂ ਸੈੱਟ ਕਰਦਾ। ਆਪਾਂ ਹਜੇ ਤੱਕ ਆਪਣੇ ਚੈਨਲ 'ਤੇ ਹਮੇਸ਼ਾ ਉਹਨਾਂ ਨੂੰ ਬੈਨੀਫਿਟ ਆਫ ਡਾਊਟ ਦਿੱਤਾ ਜੀ ਕਿ ਜੇ ਗੱਲ ਹੋਈ ਕਿ ਬਈ ਆਫਿਸਰ ਉੱਥੇ ਗਏ, ਦੇ ਕੁਡ ਹੈਵ ਗੋਨ ਫॉर ਲਰਨਿੰਗ, ਆਪਾਂ ਬੈਨੀਫਿਟ ਆਫ ਡਾਊਟ ਦਿੱਤਾ। ਜੇ ਓਪੋਜੀਸ਼ਨ ਨੇਤਾਵਾਂ ਨੇ ਕਿਹਾ ਕਿ ਬਈ ਇੱਥੇ ਕੁਝ ਹੋ ਨਹੀਂ ਰਿਹਾ, ਆਪਾਂ ਉਹਨਾਂ ਨੂੰ ਵੀ ਬੈਨੀਫਿਟ ਆਫ ਡਾਊਟ ਦਿੱਤਾ ਕਿ ਹਜੇ 1 ਮਹੀਨਾ ਹੋਇਆ, ਕੋਈ ਗੱਲ ਨਹੀਂ, ਇਟ ਸ਼ੁੱਡ ਬੀ ਗਿਵਨ ਸਮ ਟਾਈਮ। ਹਾਲਾਂਕਿ ਪਰ ਜੇ ਫੋਕਸ ਕਰਕੇ ਕਿ ਹਰ ਡਿਪਾਰਟਮੈਂਟ ਕੋ ਆਪਣੇ ਰੋਲ ਹੁੰਦੇ ਨੇ। ਮੈਂ ਸਿੰਪਲ ਜੀ ਗੱਲ ਪੁੱਛਦਾ ਪਿਆ, ਇੰਨੀ ਇਲੀਗਲ ਕੰਸਟਰਕਸ਼ਨ ਟਰਾਈ ਸਿਟੀ 'ਚ ਹੀ ਹੋਈ ਪਈ ਹੈ। ਮੈਂ ਜੇ ਜ਼ੀਰਕਪੁਰ, ਖਰੜ ਵਗੈਰਾ, ਮੋਹਾਲੀ ਵਾਲੇ, ਕਿੰਨੀ ਇਲੀਗਲ ਕੰਸਟਰਕਸ਼ਨ ਹੈ ਜੀ। ਉਹਦੇ ਵਿੱਚ ਜਿਹੜੇ ਜਾਂ ਤੇ ਫਾਈਨ ਪਾਣੇ ਨੇ ਜਾਂ ਐਕਸ਼ਨ ਲੈਣਾ, ਉੱਤੇ ਐਕਸ਼ਨ ਲਓ। ਸੋ ਮਚ ਆਫ ਕਰਪਸ਼ਨ ਹੈਜ਼ ਹੈਪਨਡ। ਆਮ ਆਦਮੀ ਪਾਰਟੀ ਦੇ ਕਈ ਲੀਡਰ ਇਹਦੇ ਖਿਲਾਫ ਧਰਨਾ ਲਾਉਂਦੇ ਰਹੇ ਨੇ, ਅਤੇ ਅੱਜ ਤੁਸੀਂ ਉੱਤੇ ਐਕਸ਼ਨ ਲਓ। ਉਸ ਡਿਪਾਰਟਮੈਂਟ ਨੇ ਅੱਜ ਤੱਕ ਕੋਈ ਵੀ ਲਿਸਟ ਕਿਉਂ ਨਹੀਂ ਬਣਾਈ ਕਿ ਉਹਨਾਂ ਨੂੰ ਪਤਾ ਨਹੀਂ ਹੈ। ਜਾਂ ਮਿਨਿਸਟਰ ਚੇਂਜ ਹੋਣਾ, ਉਹ 'ਚ ਜਿਹੜੇ ਵੀ ਆਪਣੇ ਅਰਬਨ ਡਿਵੈਲਪਮੈਂਟ ਮਿਨਿਸਟਰ ਨੇ 1 ਮਹੀਨੇ 'ਚ ਕੁਛ ਤੇ ਐਕਸ਼ਨ, ਕੋਈ ਐਗਜ਼ਾਮਪਲ ਸੈੱਟ ਕੀਤੇ ਜਾਣ ਕਿ ਬਾਕੀ ਲੋਕੀ ਆ ਕੇ ਆਪਣੇ ਫਾਈਨ ਭਰਨ, ਨਹੀਂ ਤੇ ਐਕਸ਼ਨ ਹੋਏਗਾ। ਅਤੇ ਸਾਡੀ ਪ੍ਰੋਬਲਮ ਜੋ ਹੈਗੀ ਹੈ, ਸਾਨੂੰ ਉੱਤੇ ਧਿਆਨ ਰੱਖਣਾ ਚਾਹੀਦਾ। ਇਸ ਤਰ੍ਹਾਂ ਫਿਰ ਤੇ ਤੁਸੀਂ ਕ੍ਰੈਡੀਬਿਲਿਟੀ ਦੇ ਰਹੇ ਹੋ ਓਪੋਜੀਸ਼ਨ ਦੇ ਪੁਆਇੰਟਸ ਨੂੰ ਕਿ ਬਈ ਸਿਰਫ ਟਾਲ ਮਟੋਲ ਹੋ ਰਹੀ ਹੈ, ਕੰਮ ਕੋਈ ਨਹੀਂ ਹੋਣਾ। ਫਿਰ ਉਹਨਾਂ ਦੀ ਗੱਲ 'ਤੇ ਆਪਣੇ ਆਪ ਲੋਕ ਵਿਸ਼ਵਾਸ ਕਰਨਗੇ ਕਿ ਜਿਹੜੀ ਇਨਕੁਆਇਰੀ ਬਿਠਾਈ ਆ, ਪੁਰਾਣੇ ਜਿਹੜੇ 3 ਲੱਖ ਦਾ ਲੋਨ ਪਹੁੰਚਿਆ ਕਿਵੇਂ, ਉਹ ਵੀ ਇੱਕ ਤਰੀਕਾ ਹੈ ਸਾਰੀਆਂ ਚੀਜ਼ਾਂ ਨੂੰ ਪਿੱਛੇ ਰੱਖਣ ਦਾ, ਅਤੇ ਅਸਲ 'ਚ ਕੁਛ ਕਰਨਾ ਨਹੀਂ ਹੈ। ਆਈ ਥਿੰਕ ਇੱਕ ਵਨ ਟਾਈਮ ਇਨਸੀਡੈਂਟ ਹੈ, ਆਪਾਂ ਫਿਰ ਇੱਕ ਬੈਨੀਫਿਟ ਆਫ ਡਾਊਟ ਦਿੰਦੇ ਹਾਂ, ਬਟ ਵਟ ਹੈਜ਼ ਹੈਪਨਡ ਇਜ਼ ਵੈਰੀ ਅਨਫੋਰਚੂਨੇਟ। ਗੌਰਮੈਂਟ ਦਾ ਹੁਣ ਪ੍ਰਾਇਮਰੀ ਧਿਆਨ ਹੋਣਾ ਚਾਹੀਦਾ ਜਿਹੜੀਆਂ ਰੀਅਲ ਐਕਚੁਅਲ ਪ੍ਰੋਬਲਮਸ ਨੇ। ਡੈਫੀਨੇਟਲੀ ਕੁਮਾਰ ਵਿਸ਼ਵਾਸ ਦੇ ਅਲਕਾ ਲਾਂਬਾ ਸਾਡੀ ਪ੍ਰੋਬਲਮ ਨਹੀਂ ਨੇ। ਸਾਡੀ ਪ੍ਰੋਬਲਮ ਲਾਅ ਐਂਡ ਆਰਡਰ ਹੈ। ਹਜੇ ਭਗਵੰਤ ਮਾਨ ਜੀ, ਹਜੇ ਸਾਡੇ ਇੱਥੇ ਇੰਡਸਟਰੀ ਨਹੀਂ ਲੱਗੀ ਹੈ। ਹਜੇ ਸਾਰਿਆਂ ਨੂੰ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਨਹੀਂ ਮਿਲ ਗਿਆ। ਹਜੇ ਐਜੂਕੇਸ਼ਨ ਦਾ ਲੈਵਲ ਨਹੀਂ ਸੁਧਰ ਗਿਆ। ਨਸ਼ੇ ਦੀ ਦਿੱਕਤ ਹਜੇ ਖਤਮ ਨਹੀਂ ਹੋਈ ਹੈ। ਜਦੋਂ ਇਹ ਸਾਰੀਆਂ ਚੀਜ਼ਾਂ ਸੋਲਵ ਹੋ ਜਾਣਗੀਆਂ, ਜਦੋਂ ਲੱਗੇਗਾ ਕਿ ਕੁਛ ਕਰਨ ਨੂੰ ਨਹੀਂ ਹੈਗਾ, ਉਦੋਂ ਆਪਾਂ ਭੇਜਾਂਗੇ ਕੁਮਾਰ ਵਿਸ਼ਵਾਸ ਜੀ ਕੋਲ। ਆਈ ਥਿੰਕ ਦੈਟ ਵਿਲ ਬੀ ਅ ਬੈਟਰ ਟਾਈਮ। ਪਰ ਇਸ ਵੇਲੇ ਤੁਸੀਂ ਇਹਨਾਂ ਪ੍ਰਾਇੋਰਟੀਜ਼ ਨੂੰ ਛੱਡ ਕੇ, ਰਾਈਟ, ਪਲਾਨ ਹੋਣਾ ਚਾਹੀਦਾ ਕਿ ਬਈ ਕੰਪਨੀ ਇੱਥੇ ਆਉਣ ਕਿਵੇਂ। ਬੋਰਿਸ ਜੌਨਸਨ ਜੀ ਆਏ ਨੇ, ਇੰਨਾ ਵੱਡਾ ਪੰਜਾਬੀ ਡਾਇਸਪੋਰਾ ਉੱਥੇ ਹੈ। ਪੰਜਾਬ ਦੇ CM ਸ਼ੁੱਡ ਸੀਕ ਮੀਟਿੰਗ ਜਾਂ ਕੁਛ ਪਲਾਨ ਕਰਨ ਕਿ ਬਈ ਕੀ ਚੀਜ਼ਾਂ ਹੋ ਸਕਦੀਆਂ ਨੇ। ਇੰਡੋ ਆਸਟ੍ਰੇਲੀਆ ਫ੍ਰੀ ਟ੍ਰੇਡ ਸਾਈਨ ਹੋਇਆ ਸੀ, ਉਹਦੇ ਵਿੱਚ ਇੰਡੀਅਨ ਡਾਇਸਪੋਰਾ ਉਹਨਾਂ ਨੂੰ ਐਡਵਾਂਟੇਜ ਹੈ। ਕਿਹੜੀਆਂ ਚੀਜ਼ਾਂ ਜੋ ਹੈ ਉਹ 'ਚ ਪੰਜਾਬ ਕਿਵੇਂ ਪਾਰਟੀਸਪੇਟ ਕਰਦਾ, ਉੱਤੇ ਐਕਸ਼ਨ ਹੋਣਾ ਚਾਹੀਦਾ। ਬਟ ਵੀ ਆਰ ਨਾਟ ਥਿੰਕਿੰਗ ਅਬਾਊਟ ਦੋਜ਼ ਥਿੰਗਸ। ਇਹਨਾਂ ਚੀਜ਼ਾਂ ਉੱਤੇ ਐਕਸ਼ਨ ਪ੍ਰਾਇੋਰਟੀ ਹੋਣੀ ਚਾਹੀਦੀ ਹੈ। ਅਗੇਨ ਵਟ ਹੈਜ਼ ਹੈਪਨਡ, ਇਟ ਕਲੀਅਰਲੀ ਸ਼ੋਜ਼ ਕਿ ਬਈ ਗੌਰਮੈਂਟ ਦੀ ਪ੍ਰਾਇੋਰਟੀ ਹਜੇ ਕਲੀਅਰ ਸੈੱਟ ਨਹੀਂ ਆ। ਆਪਣੇ ਨੇਤਾਵਾਂ ਦੀ ਜੀ ਹਜ਼ੂਰੀ ਕਰਨਾ, ਸਾਈਕੋਫੈਂਸੀ ਕਰਨਾ ਬੰਦ ਕੀਤਾ ਜਾਵੇ ਅਤੇ ਕੋਰ ਮੁੱਦਿਆਂ ਉੱਤੇ ਫੋਕਸ ਕੀਤਾ ਜਾਵੇ। ਇਹ ਸਾਡੀ ਅਪੀਲ ਹੈ।
ਫॉर ਆਲ ਦੀ ਪੰਜਾਬੀਜ਼ ਅਕ੍ਰੋਸ ਦੀ ਵਰਲਡ ਸਾਡੀ ਸਰਕਾਰ ਨੂੰ ਇਹੋ ਅਪੀਲ ਹੈ, ਤੁਹਾਨੂੰ ਇੰਨੇ ਸਾਡੇ ਭਗਵੰਤ ਮਾਨ ਜੀ ਦੇ ਉੱਤੇ ਬਹੁਤ ਮਾਣ ਹੈ ਜੀ, ਉਹਨਾਂ ਨੇ ਸਾਨੂੰ ਪਹਿਲਾਂ ਵੀ ਬਹੁਤ ਹਸਾਇਆ ਰਾਈਟ। ਹੁਣ ਉਹਨਾਂ ਤੋਂ ਉਮੀਦਾਂ ਨੇ ਲੋਕਾਂ ਨੂੰ, ਆਪਾਂ ਇਹ ਅਪੀਲ ਕਰਦੇ ਹਾਂ ਕਿ ਜਿਸ ਉਮੀਦ ਨਾਲ ਲੋਕਾਂ ਨੇ ਤੁਹਾਨੂੰ CM ਬਣਾਇਆ ਹੈ, ਦੈਟ ਸ਼ੁੱਡ ਬੀ ਡਿਲੀਵਰਡ, ਦੈਟ ਸ਼ੁੱਡ ਬੀ ਦੀ ਪ੍ਰਾਇਮਰੀ ਫੋਕਸ। ਇਹ ਚੀਜ਼ਾਂ ਸਾਨੂੰ ਬੋਦਰ ਨਹੀਂ ਕਰਦੀਆਂ ਜੀ ਕਿ ਉਹਨਾਂ ਨੇ ਕੀ ਕਿਹਾ ਸੀ। ਤੇ ਪੁਲਿਸ ਦੇ ਵਿੱਚ ਵੀ ਕੋਈ ਨਾ ਬੈਕਬੋਨ ਹੋਣੀ ਚਾਹੀਦੀ ਆਪਣੀ, ਕਿ ਕੋਈ ਆਮ ਆਦਮੀ ਪਾਰਟੀ ਦਾ ਕੋਈ ਵੀ ਸਪੋਰਟਰ ਆ ਕੇ ਕਹੇ ਜੀ ਮੇਰੀ ਇਹ ਕੰਪਲੇਨ ਲਿਖੋ, ਤੇ ਤੁਸੀਂ ਟੀਮਾਂ ਭੇਜ ਦਿਓ ਦਿੱਲੀ, ਕਿਉਂਕਿ ਤੁਸੀਂ ਪ੍ਰੈਸ਼ਰ ਫੀਲ ਕਰਦੇ ਹੋ ਜੀ ਆਮ ਆਦਮੀ ਪਾਰਟੀ ਦਾ ਨੇਤਾ ਹੈਗਾ, ਹੁਣ ਇਹਨੇ ਮੇਰੀ ਇੱਕ ਕੰਪਲੇਨ ਲਿਖਤੀ ਹੈ ਜੀ, ਇਹਦੇ ਕਾਰਨ ਲਾਅ ਐਂਡ ਆਰਡਰ ਵਿਗੜ ਰਿਹਾ, ਤੇ ਤੁਸੀਂ ਵੀ ਤੁਰ ਪਓ ਜੀ। ਉਹਨਾਂ ਦਾ ਵੀ ਆਪਣਾ ਸਟੈਂਡ, ਨੇਤਾਵਾਂ ਨੂੰ ਵੀ ਡਿਸਿਪਲਿਨ ਕਰਨ ਦੀ ਲੋੜ ਹੈ ਕਿ ਕੋਈ ਵੀ ਨੇਤਾ ਜਾ ਕੇ ਪੁਲਿਸ ਨੂੰ ਇਸ ਤਰ੍ਹਾਂ ਦੌੜਾਵੇ ਨਾ ਜੀ। ਸਰ, ਕੋਰ ਮੁੱਦਿਆਂ ਦੀ ਤੁਸੀਂ ਗੱਲ ਕੀਤੀ, ਡਰੱਗ ਮੈਨੇਜ ਦੀ ਗੱਲ ਆਪਾਂ ਹਮੇਸ਼ਾ ਕੀਤੀ ਹੈ ਇਨਸਾਈਟਸ ਦੇ ਵਿੱਚ। DGP ਨੇ ਫਿਰੋਜ਼ਪੁਰ ਦੇ ਜੇਲ੍ਹ ਦੇ ਕੈਦੀਆਂ ਤੋਂ ਜੋ ਨਸ਼ੀਲੇ ਪਦਾਰਥ ਬਰਾਮਦ ਹੋਏ ਸੀ ਉਹਨਾਂ ਦਾ ਨਿਪਟਾਰਾ ਕਰਨ ਲਈ ਜਿਹੜੇ ਸਾਬਕਾ 3 DIG ਸੀ ਉਹਨਾਂ ਤੇ ਪਰਚਾ ਦਰਜ ਕਰਨ ਦੀ ਪ੍ਰਵਾਨਗੀ ਦਿੱਤੀ ਹੈ। ਇਹਨੂੰ ਤੁਸੀਂ ਕਿੱਦਾਂ ਦੇਖਦੇ ਹੋ? ਸਾਬਕਾ 2 DIG ਸਨ ਜੀ, ਤੇ ਬੇਸਿਕਲੀ ਦੇਖੋ ਇਹ ਅਗੇਨ ਇੱਕ ਉਹਨਾਂ ਨੇ ਰਿਪੋਰਟ ਕੀਤਾ ਸੀ, ਇੱਕ ਨਹੀਂ ਕੀਤਾ ਸੀ। ਹੁਣ ਇਸ਼ੂ ਇਹ ਵਾ ਕਿ ਇਟਸ ਟੂ ਸਮਾਲ ਐਨ ਇੰਸੀਡੈਂਟ, ਤੇ ਬਹੁਤ ਪੁਰਾਣਾ ਇੰਸੀਡੈਂਟ ਹੈ, ਜੇ ਇੱਥੇ ਐਕਸ਼ਨ ਬਣਦਾ ਕਰੋ। ਬਟ ਉਹਨਾਂ ਦੀ ਵਿਊ ਇਹ ਵਾ ਕਿ ਬਈ ਜੇ ਤੁਸੀਂ ਪੁਲਿਸ ਸੁਪਰੀਟੈਂਡੈਂਟ ਹੋ ਜੇਲ੍ਹ ਦੇ, ਤੁਹਾਡੇ ਕੋਲ ਕੋਈ ਡਿਸਕ੍ਰਿਸ਼ਨਰੀ ਪਾਵਰ ਹੁੰਦੀ ਹੈ ਕਿ ਨਵਾਂ ਕੇਸ ਪਾਣਾ ਹੈ ਜਾਂ ਉਹਨੂੰ ਉੱਥੇ ਸਜ਼ਾ ਦੇ ਕੇ ਜਾਂ ਡਿਸਪਲਿਨ ਕਰਕੇ ਉਸ ਗੱਲ ਨੂੰ ਖਤਮ ਕਰਨਾ, ਤੇ ਉਹਦੀ ਕੁਆਂਟੀਟੀ ਕਿੰਨੀ ਹੈ, ਉਸ ਚੀਜ਼ ਦੀ ਆਫਕੋਰਸ ਤਹਿ ਤੱਕ ਜਾਣਾ ਚਾਹੀਦਾ ਹੈ। ਹੁਣ ਇਹ ਨਾ ਹੋਵੇ ਕਿ ਬਈ ਜਦੋਂ ਨਵੀਂ ਸਰਕਾਰ ਆਉਂਦੀ ਹੈ, ਕੋਈ ਨਵੇਂ ਅਫਸਰ ਕੋਲ ਪਾਵਰ ਆਉਂਦੀ, ਉਹ ਆਪਣੀ ਪੁਰਾਣੀ ਸਕੋਰ ਸੈਟਲ ਕਰਨ ਨਾ ਬਹਿ ਜਾਏ, ਬਸ ਇਹ ਨਾ ਹੋਵੇ, ਅਦਰਵਾਈਜ਼ ਯੂ ਟੇਕ ਯੋਰ ਐਕਸ਼ਨ। ਬਟ ਅਗੇਨ ਆਪਾਂ ਹੁਣੀ ਜਿਵੇਂ ਕਹਿੰਦੇ ਮੁੱਦੇ ਬੜੇ ਵੱਡੇ ਨੇ ਜੀ, ਰਾਈਟ। ਇਸ ਵੇਲੇ ਜੇ ਡਰੱਗ ਦੇ ਕਿਹੜੇ ਮੇਜਰ ਸਪਲਾਇਰ ਨੇ ਉਹਨਾਂ ਨੂੰ ਨੇਮ ਤੇ ਸ਼ੇਮ ਕੀਤਾ ਜਾਵੇ। ਤੁਹਾਨੂੰ ਪਤਾ ਹੀ ਨਾ ਕਿਹੜੇ ਵੱਡੇ ਤਸਕਰ ਨੇ, ਜੇ ਤੁਹਾਡੇ ਕੋਲ ਇਨਫ ਐਵੀਡੈਂਸ ਨੇ, ਉਹਨਾਂ ਦੇ ਕੇਸ ਚੱਲਦੇ ਪਏ ਨੇ, ਉਹਦਾ ਨਾਮ ਪਬਲਿਕ ਕਰੋ ਕਿ ਇਹਨਾਂ ਲੋਕਾਂ ਤੇ ਇਹ ਤਸਕਰੀ ਕਰਦੇ ਪਏ ਨੇ, ਰਾਈਟ। ਉਹਨਾਂ ਦੀ ਸੋਸਾਇਟੀ 'ਚ ਉਹਨਾਂ ਦਾ ਨਾਮ ਖਰਾਬ ਹੋਵੇ, ਲੋਕੀ ਉਹਨਾਂ ਨੂੰ ਅਵੋਇਡ ਕਰਨ, ਉਹਨਾਂ ਦੇ ਬਾਕੀ ਬਿਜ਼ਨਸ ਬੰਦ ਹੋਣ। ਇਹ ਸਾਰੀਆਂ ਚੀਜ਼ਾਂ ਪ੍ਰਾਇੋਰਟੀ 'ਤੇ ਕਰੀਏ। ਆਈ ਥਿੰਕ ਦੈਟ ਵਿਲ ਬੀ ਅ ਬੈਟਰ ਯੂਜ਼ ਆਫ ਪੁਲਿਸ ਪਾਵਰ ਐਂਡ ਪੁਲਿਸ ਰਿਜ਼ੋਲਵ ਟੂ, ਜਿਹੜੀ ਆਪਾਂ ਰਿਜ਼ੋਲਵ ਜਾਂ ਡਿਟਰਮੀਨੇਸ਼ਨ ਦਿਖਾ ਰਹੇ ਹਾਂ ਲਾਅ ਐਂਡ ਆਰਡਰ ਵਧੀਆ ਕਰਨ ਲਈ ਤੇ ਡਰੱਗਸ ਪ੍ਰੋਬਲਮ ਨੂੰ ਖਤਮ ਕਰਨ ਲਈ। ਕਿਉਂਕਿ ਹਾਲ ਦੀ ਘੜੀ ਜੋ ਹਾਲ ਹੈਗਾ, ਜੇ ਤੁਹਾਡੇ ਕੋਲ ਪੈਸੇ ਹੈ ਤਾਂ ਤੁਸੀਂ ਡਰੱਗ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਵੀ ਨਸ਼ਾ ਮੰਗਾ ਸਕਦੇ ਹੋ। ਸੋ ਰਿਕਵਰੀ ਤੋਂ ਇਲਾਵਾ ਜਿਹੜੀ ਸਪਲਾਈ ਚੇਨ ਹੈ ਇਹਨੂੰ ਬ੍ਰੇਕ ਕਰਨ ਦੀ ਲੋੜ ਹੈ। ਐਬਸੋਲੂਟਲੀ। ਸਰ, ਬੋਰਿਸ ਜੌਨਸਨ will hold a meeting with the PM Narendra Modi, and they both will discuss about trade and defense along with other major issues. What is your take? Look, if I look at जो statements दी गई हैं बोरिस जॉनसन और उनकी टीम की तरफ से, ट्रेड एग्रीमेंट्स दैट विल बी साइंड बी ऑफ जस्ट $1.3 बिलियन। देखो मैं जस्ट इसलिए बोल रहा हूँ, हालांकि $1.3 बिलियन रफली मेक्स फॉर क्लोज टू 10,000 करोड़, बट लुकिंग एट द साइज ऑफ द इकोनॉमी दैट वी हैव, इट इज़ नथिंग। लुक एट द साइज ऑफ द टू कंट्रीज, दिस इज़ नथिंग। उनका फोकस होगा ग्रीन एनर्जी। नाउ ही हैज़ जस्ट नॉट ट्वीटेड just few minutes back that focus will be on job creation, giving more visas to Indians to work in UK, right? And AI के ऊपर investment होगी थोड़ी सी। The scope is tremendous for these two countries. उन्होंने एक लाइन बोली थी 5-6 दिन पहले बोरिस जॉनसन जी ने कि everyone wants to be the best friend of India। इस लाइन में अपॉर्चुनिटी भी है और डेंजर भी है। जब भी ये वेस्टर्न पावर्स ने किसी के बेस्ट फ्रेंड बने हैं और लॉन्ग टर्म में उस कंट्री का कुछ ना कुछ नुकसान हुआ है और वो उनकी अपनी इंडिपेंडेंट पॉलिसी ख़त्म हो गई है। फॉर्चुनेटली अभी तक तो हम अपनी सॉवरेन पॉलिसी चला रहे हैं। बोरिस जॉनसन ने यह भी बोला कि इंडो यूक्रेन पे हम उनको कोई ज्ञान नहीं देंगे, कोई लेक्चर नहीं देंगे। बिल्कुल सही है, कोई एहसान नहीं कर रहे, आपको हमें लेक्चर देने का कोई मतलब भी नहीं है, क्योंकि आप जो कर रहे हैं वो वैसे ही नैतिकता के आधार पर भी गलत है कि आप लड़ाई रुकवाने की बजाय आप हथियार भेज रहे हैं। यूके इज़ ऑल्सो सेंडिंग वेपन्स, तो आप एक देश के लोगों को और ख़तरे में और वहाँ पे वॉर को प्रोलॉन्ग कर रहे हैं और वहाँ का इंफ्रास्ट्रक्चर ख़राब कर रहे हैं। बट अगेन हमें अपने रिलेशन को डीहाइफनेट करना है। हमारा यूके से जो रिलेशन है उसका हमारे यूक्रेन के रिलेशन से या उनके यूक्रेन के रिलेशन से या रशिया के रिलेशन से कुछ लेना देना नहीं है। तो हमें उनके साथ कैसे पॉजिटिवली ट्रेड रिलेशन ऐसा रखना है जो हमारे लोगों को बेनिफिट दे, यहाँ पे और एम्प्लॉयमेंट अपॉर्चुनिटीज़ जनरेट करे, हमारी जो उनकी टेक्निकल नो हाउ है हम सीख सकें, ग्रीन एनर्जी में उनकी अगर जो इनोवेशन हैं उसको हम उसको बेनिफिट कर पाएँ। तो ये जनरल चीज़ें हैं, ये ट्रेड पैक्ट्स हैं और एक फ्री ट्रेड एग्रीमेंट की बात हो रही है जी। मैं इसको हमेशा फिर पंजाब के, इंडिया के पर्सपेक्टिव से, पंजाब के पर्सपेक्टिव से भी देखना चाहूँगा, क्योंकि हमारे बहुत लोग वहाँ पे रहते हैं। जब आपकी पॉपुलेशन वहाँ पे हो तो आपको एक नेचुरल एडवांटेज मिलता है उनके सिस्टम को समझने का। तो वो जो बिज़नेस आना है इन दो फ्री ट्रेड एग्रीमेंट, चाहे ऑस्ट्रेलिया के साथ है चाहे यूके के साथ है,
उसमें पंजाब और पंजाबियों को एक मेजर रोल हो सकता है, तो हम उसका एक अच्छा एडवांटेज ले सकते हैं। तो आज तो बोरिस जॉनसन जी साबरमती आश्रम में महात्मा गांधी जी को श्रद्धांजलि देने के लिए पहुंचे, एंड मोस्ट प्रॉब्ली सून टुमारो ही विल हैव मीटिंग विद द प्राइम मिनिस्टर एंड हिज सीनियर गवर्नमेंट फंक्शनरीज। और मेरे को लगता है कि जो स्कोप है इंडिया और यूके के ट्रेड का वो बहुत ज़्यादा है जी। It can be more than 1.3 billion, it could be 1 trillion also. It depends on कि किस तरह के हम फ्री ट्रेड एग्रीमेंट करते हैं और क्या क्या एक्टिविटीज़ में आपस में कोलैबोरेट करते हैं। सर, ये वीज़ा फ्लेक्सिबिलिटी के पीछे क्या विजन है? वीज़ा फ्लेक्सिबिलिटी के पीछे जनरली कोई भी गवर्नमेंट अगर वीज़ा देती है, प्राइमरीली पहला रीज़न होता है जो लेबर का, कि उनके पास मैन पावर की कमी होती है। जनरली ज़्यादातर कंट्रीज जो डेवलप्ड कंट्रीज़ हैं, लो कॉस्ट ब्लू कॉलर जॉब्स के लिए, कुछ लेबर वाली मैनुअल लेबर वाली जॉब्स के लिए इन कंट्रीज से लोगों को बुलाते हैं। वहाँ पे उनका हेल्थ सिस्टम भी थोड़ा सा शैम्बल्स में है, तो हमारी कुछ स्किल्ड लेबर भी जाता है, चाहे मैं नर्सिंग की बात करूँ या पैरा मेडिकल स्टाफ उन लोगों की बात करूँ। फिर रेयरली, हालांकि बोरिस जॉनसन ने इसके बात की है, इनोवेशन के लिए टैलेंटेड लोगों का उनकी टॉप यूनिवर्सिटीज़ में जाना। तो बोरिस जॉनसन जी ने यह भी बोला है, जो जनरली एक लिप सर्विस तो होती है पर कोई भी देश इस तरह से देख नहीं रहा होता, पर अगर इंडियंस वहाँ पे जाके उनकी इकॉनमी में इनोवेशन ला सकते हैं, जो उनकी इकॉनमी भी एक तरह से एक स्टैग्नेटेड स्टेज में फंसी पड़ी है काफ़ी देर से, कोई बहुत बड़ी ग्रोथ नहीं हो पा रही है। यूके आज से 17 साल पहले जो दुनिया की वर्ल्ड पावर था और आज उसमें बहुत फ़र्क आ गया है। इट इज़ अ वेरी पेल शेडो ऑफ यूके ऑफ 1930s और 40s, जब वो दैट वाज द सेंट्रल टू द वर्ल्ड पावर। आज यूके बस एक यूएस का जी हजूर करने वाला देश बन के रह गया है। पर इनोवेशन के साथ, इफ दे ब्रिंग इन टैलेंटेड पीपल, इफ दे आर ओपन माइंडेड, दे कैन क्रिएट एन इनोवेटिव सोसाइटी फॉर देमसेल्व्स आल्सो। सर, आखिरी रशिया यूक्रेन मुद्दे पर आते हैं, क्योंकि इनसाइट्स में आपने हमेशा पीस टॉक्स पे ज़्यादा स्ट्रेस दिया है, एंड यू हैव ऑलवेज डिस्कस दैट नो मैटर हाउ डिफिकल्ट द कॉन्फ्लिक्ट इज, द सोल्यूशन हैज़ टू बी फाउंड आउट फॉर ह्यूमैनिटेरियन ग्राउंड्स। सो यूक्रेन ऑफर्स नेगोशिएशन विद रशिया विदाउट कंडीशंस इन मैरियोपोल। आई थिंक ये बहुत अच्छा इनिशिएटिव अगर वो ये करें, और अब रेदर देन सीकिंग मिलिट्री एड और आस्किंग समवन एल्स आल्सो टू अटैक रशिया, अब वो सोल्यूशन उनके लिए वायबल है ही नहीं। और यूक्रेन के ऊपर रशिया ने 2 दिन पहले भी इल्ज़ाम लगाया था कि उन्होंने जो भी पीस टॉक में कंडीशंस रखे गए थे उन सबको उससे वो वापस हट गए हैं। एक कंडीशन ये थी कि वो वहाँ बाहर से वेपन नहीं मंगाएंगे, बट दे आर आस्किंग फॉर वेपन्स। वेस्टर्न कंट्रीज़, नेटो कंट्रीज़ ज़बरदस्ती वेपन्स वहाँ पर डिलीवर कर रही हैं ताकि वॉर चलती रहे। तो आई थिंक आई प्रे फॉर रशियन एंड यूक्रेनियन, स्पेशली यूक्रेनियन सिविलियंस एंड सोल्जर्स, कि उनके जो लीडर्स हैं उनमें सद्बुद्धि आए, वो बैठ के रशिया के साथ पीस टॉक करें, चीज़ों को सेटल करें, ताकि लॉन्ग टर्म में रशिया शुड ऑल्सो फील पीसफुल, यूक्रेन अपने आप को रीबिल्ड करने पे फोकस करे। देखिए नुकसान तो हुआ है, बहुत लोग मारे गए हैं, लोग अपनी घरों से दे हैव बिकम रिफ्यूजीज, उनको वापस कैसे सेटल करना है, कैसे रीबिल्ड करना है। कई बार जिनसे लड़ाई होती है उन्हीं की हेल्प भी ली जा सकती है, अगर वो मिलके चलें और एक दूसरे को कंट्रीब्यूट करें तो दोनों ही देशों के लिए बहुत अच्छा होगा, एंड आई होप पीस प्रिवेल्स। सो थैंक यू सो मच फॉर डीप एनालिसिस सर। ऐसे ही ज़रूरी मुद्दों के विश्लेषण के लिए जुड़े रहिए हमारे चैनल के साथ। अगली बार फिर हाजिर होंगे जल्दी नए मुद्दे के साथ, एंड डू नॉट फॉरगेट टू सब्सक्राइब टू आवर चैनल एंड डाउनलोड आवर ऐप। थैंक यू।